Hello student, welcome for the next video of computer application in business. बेटा जी आज आप स्टार्ट कर रहे हैं नवा टॉपिक डेटाबेस डिज़ाइंस। ठीक है, डेटाबेस डिज़ाइंस आप नवा चैप्टर स्टार्ट कर रहे हैं। तो ये पहला मैं थोरैटिकल पोर्शन इसका करवाऊँगी। ठीक है, इस तो पहला आप अपने 4 ਜਿਹੜੇ ਚੈਪਟਰਸ ਆ ਉਹ ਕੰਪਲੀਟ ਕਰਤੇ, ਉਹਦੀਆਂ ਵੀਡੀਓਜ਼ ਮੈਂ ਤੁਹਾਨੂੰ ਸੈਂਡ ਕੀਤੀਆਂ ਨੇ, ਤੁਸੀਂ ਉਹ ਅੱਛੀ ਤਰ੍ਹਾਂ ਦੇਖ ਲਈਆਂ ਹੋਣਗੀਆਂ। ਹੁਣ ਡੇਟਾਬੇਸ ਕੀ ਹੁੰਦਾ ਹੈ, ਵਾਟ ਇਜ਼ ਡੇਟਾਬੇਸ, ਪਹਿਲਾਂ ਆਪਾਂ ਨੂੰ ਇਹ ਇੰਟਰੋਡਕਸ਼ਨ ਪਤਾ ਹੋਣੀ ਚਾਹੀਦੀ ਹੈ। ਡੇਟਾਬੇਸ ਇਜ਼ ਵੈਰੀ ਇੰਪੋਰਟੈਂਟ ਰਿਸੋਰਸ ਇਨ ਦਾ ਆਪਰੇਸ਼ਨਸ ਐਂਡ ਦਾ ਮੈਨੇਜਮੈਂਟ ਆਫ ਆਰਗੇਨਾਈਜੇਸ਼ਨ। ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਡੇਟਾਬੇਸ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ। ਡੇਟਾਬੇਸ ਬਹੁਤ ਮਤਲਬ ਜਿਹੜਾ ਹੈ ਉਹ ਰਿਸੋਰਸ ਹੁੰਦਾ ਆਪਣਾ ਮੇਨ। इट इज़ असैंशियल टू ऑर्गेनाइज डाटा, मतलब ਆਪਾਂ ਨੂੰ ਇਹ ਪਤਾ ਹੈ ਜ਼ਰੂਰੀ ਹੈ ਕਿ ਜਿਹੜਾ ਡਾਟਾ ਉਹਨੂੰ ਆਰਗੇਨਾਈਜ਼ ਫਾਰਮ ਦੇ ਵਿੱਚ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਗਰ ਅਸੀਂ ਉਹ ਤੋਂ ਕੋਈ ਰਿਜ਼ਲਟ ਲੈਣੇ ਹੈ। ਅਗਰ ਮੰਨ ਲਓ ਕੋਈ ਅਨਆਰਗੇਨਾਈਜ਼ਡ ਡਾਟਾ ਹੈ ਤੇ ਉਹਦਾ ਕੋਈ ਮੀਨਿੰਗ ਨਹੀਂ ਹੁੰਦਾ ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਡਾਟਾ ਦੀ ਡਿਮਾਂਡ ਇੰਕਰੀਜ਼ ਹੋ ਰਹੀ ਹੈ। ਠੀਕ ਹੈ, ਇਨ ਦਾ ਆਰਗੇਨਾਈਜੇਸ਼ਨ ਸੱਚ ਐਸ ਬੈਂਕ ਹੋ ਗਏ, ਯੂਨੀਵਰਸਿਟੀਜ਼ ਹੋ ਗਈਆਂ, ਰੇਲਵੇਜ਼, ਏਅਰਲਾਈਨਸ, ਕੰਪਨੀਜ਼, ਇਹਨਾਂ ਨੂੰ ਆਪਣਾ ਬਹੁਤ ਸਾਰਾ ਡਾਟਾ ਰੱਖਣਾ ਪੈਂਦਾ ਹੈ। ਠੀਕ ਹੈ, ਤਾਂ ਇਸ ਡਾਟਾ ਨੂੰ ਸਟੋਰ ਕਰਨ ਤੋਂ ਇਲਾਵਾ ਇਹਨੂੰ ਆਰਗੇਨਾਈਜ਼ ਕਰਕੇ ਵੀ ਰੱਖਣਾ ਉਨਾ ਹੀ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਜ਼ਰੂਰਤ ਪੈਣ 'ਤੇ ਯੂਜ਼ ਕੀਤਾ ਜਾ ਸਕੇ। ਠੀਕ ਹੈ, ਸੋ ਆਪਾਂ ਅਗਰ ਡਾਟਾਬੇਸ ਨੂੰ ਡਿਫਾਈਨ ਕਰਨਾ ਹੋਵੇ ਤਾਂ ਆਪਾਂ ਕੀ ਡੈਫੀਨੇਸ਼ਨ ਲਿਖਾਂਗੇ, ਅ ਵੈਲ ਆਰਗੇਨਾਈਜ਼ਡ ਕਲੈਕਸ਼ਨ ਆਫ ਡਾਟਾ, well organized collection of data that are related in a meaningful way which can be accessed by different users but stored only once। ਤਾਂ ਇਸ ਡੈਫੀਨੇਸ਼ਨ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਡਾਟਾਬੇਸ ਕਹਿੰਦੇ ਕੀ ਹੈ ਕਿ ਡਾਟਾ ਨੂੰ ਆਰਗੇਨਾਈਜ਼ ਵੇ ਦੇ ਵਿੱਚ ਰਿਕਾਰਡ ਕਰਨਾ, ਸਟੋਰ ਕਰਨਾ ਤਾਂ ਕਿ ਡਿਫਰੈਂਟ ਯੂਜ਼ਰਸ ਜਦੋਂ ਵੀ ਉਹਨਾਂ ਨੂੰ ਲੋੜ ਪਵੇ ਤਾਂ ਉਹਨਾਂ ਨੂੰ ਯੂਜ਼ ਕਰ ਸਕਣ। ਉਹਨੂੰ ਆਪਾਂ ਕੀ ਕਹਿੰਦੇ ਆ, ਡਾਟਾਬੇਸ। ਹੁਣ ਦੇਖੋ ਜਿਵੇਂ ਇਹ ਡਾਇਗਰਾਮ ਦਿਖਾਈ ਹੈ, ਇਸ ਡਾਇਗਰਾਮ ਦੇ ਵਿੱਚ ਕੀ ਹੈ ਕਿ ਆਪਾਂ ਡਿਫਰੈਂਟ ਸੋਰਸਿਸ ਤੋਂ ਡਾਟਾ ਰਿਸੀਵ ਕਰਦੇ ਹਾਂ। ਕੋਈ ਵੀ ਸੋਰਸਿਸ ਹੈ, ਡਾਟਾ 1, ਡਾਟਾ 2, ਡਾਟਾ 3, 3 ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਡਾਟਾ ਹੋ ਗਿਆ, ਅਲੱਗ ਸੋਰਸਿਸ ਤੋਂ ਆਪਾਂ ਕਲੈਕਟ ਕੀਤਾ ਹੋਇਆ। ਉਹ ਡਾਟਾ ਨੂੰ ਕੰਬਾਈਨ ਕਰਕੇ ਆਪਾਂ ਆਰਗੇਨਾਈਜ਼ ਕਰਕੇ ਇੱਕ ਜਗ੍ਹਾ 'ਤੇ ਸਟੋਰ ਕਰ ਲੈਂਦੇ ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਡਾਟਾਬੇਸ। ਮਤਲਬ ਡਿਫਰੈਂਟ ਟਾਈਪ ਤੋਂ ਆਪਾਂ ਨੂੰ ਡਾਟਾ ਕਲੈਕਟ ਹੋਇਆ, ਉਹਨੂੰ ਅਸੀਂ ਆਰਗੇਨਾਈਜ਼ ਕੀਤਾ, ਇੱਕ ਜਗ੍ਹਾ 'ਤੇ ਜਾ ਕੇ ਆਪਾਂ ਸਟੋਰ ਕਰਤਾ, ਜਿਹੜਾ ਡਾਟਾਬੇਸ ਹੋ ਗਿਆ। ਹੁਣ ਉਸ ਡਾਟਾਬੇਸ ਤੋਂ ਹੀ ਸਾਰੇ ਯੂਜ਼ਰ ਆਪਣੇ ਤਰੀਕੇ ਦਾ ਜੋ ਡਾਟਾ ਜੋ ਉਹਨਾਂ ਨੂੰ ਰਿਕੁਆਇਰਮੈਂਟ ਹੈ ਉਹਨੂੰ ਅਸੈਸ ਕਰ ਸਕਦੇ ਨੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਾਟਾ। ਫॉर एग्जाम्पल ਹੁਣ ਜਿਵੇਂ ਤੁਸੀਂ ਲਗਾਓ ਇੱਕ ਰੇਲਵੇ ਸਟੇਸ਼ਨ ਹੈ, ਰੇਲਵੇ ਸਟੇਸ਼ਨ ਦੇ ਵਿੱਚ ਅਗਰ ਆਪਾਂ ਜਾਂਦੇ ਹਾਂ ਉੱਥੇ ਆਪਾਂ ਨੂੰ ਸਾਰੀਆਂ ਨੰਬਰ ਆਫ ਟ੍ਰੇਨਸ ਦੀ ਪੂਰੀ ਇਨਫੋਰਮੇਸ਼ਨ ਲਿਖੀ ਹੋਈ ਹੈ ਕਿ ਕਿਹੜੀ ਟ੍ਰੇਨ ਦਾ ਰੂਟ ਕੀ ਹੈ ਤੇ ਟਾਈਮ ਕੀ ਹੈ। ਠੀਕ ਹੈ, ਹਰ ਟ੍ਰੇਨ ਦਾ ਪੂਰਾ ਇੱਕ ਬੋਰਡ ਲੱਗਿਆ ਹੋਇਆ ਹੈ ਜਾਂ ਪੂਰੀ ਨੰਬਰਿੰਗ ਜਿਹੜੀ ਹੈ ਡਿਸਪਲੇ ਹੋ ਰਹੀ ਹੈ ਕਿ ਕਿਹੜੀ ਟ੍ਰੇਨ ਹੈ ਔਰ ਕਿਹੜੀ ਟ੍ਰੇਨ ਦਾ ਟਾਈਮ ਕੀ ਹੈ, ਰੂਟ ਕੀ ਹੈ, ਕਿੰਨੇ ਵਜੇ ਚੱਲਣੀ ਹੈ, ਕਿਹੜੇ ਪਲੇਟਫਾਰਮ 'ਤੇ ਆਉਣੀ ਹੈ, ਹਰ ਇਨਫੋਰਮੇਸ਼ਨ। ਬਟ ਉਹਦੇ ਲਈ ਕੀ ਹੈ, ਨੰਬਰ ਆਫ ਪੈਸੰਜਰ ਹੋ ਗਏ, ਬਹੁਤ ਸਾਰੇ ਉੱਥੇ ਜਿਹੜੇ ਹੈਗੇ ਆ ਪਰਸਨਸ ਹੋ ਗਏ, ਤਾਂ ਹਰ ਪਰਸਨ ਸਿਰਫ ਆਪਣੇ ਡਾਟਾ ਨੂੰ ਅਸੈਸ ਕਰੂਗਾ। ਮਤਲਬ ਉਹਨੂੰ ਜਿਹੜੀ ਟ੍ਰੇਨ 'ਤੇ ਉਹਨੇ ਜਾਣਾ ਹੈ ਉਹ ਸਿਰਫ ਉਹਨੂੰ ਦੇਖੂਗਾ, ਬਾਕੀਆਂ ਲਈ ਉਹਨੂੰ ਕੋਈ ਮਤਲਬ ਨਹੀਂ ਹੈ। ਤਾਂ ਮੀਨਸ ਸਾਰਾ ਡਾਟਾ ਕੰਬਾਈਨਡ ਹੋ ਗਿਆ, ਇੱਕ ਜਗ੍ਹਾ 'ਤੇ ਸਟੋਰ ਹੋ ਗਿਆ, ਬਟ ਯੂਜ਼ਰ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਸ ਡਾਟਾ ਨੂੰ ਅਸੈਸ ਕਰ ਸਕਦਾ ਹੈ। ਠੀਕ ਹੈ, ਤਾਂ ਇਹਨੂੰ ਅਸੀਂ ਡਾਟਾਬੇਸ ਕਹਿੰਦੇ ਹਾਂ। ਇਸ ਕਨਸੈਪਟ ਨੂੰ ਸਮਝਣ ਦੇ ਲਈ ਆਪਾਂ ਇੱਕ ਐਗਜ਼ਾਮਪਲ ਲੈਣੇ ਟੈਲੀਫੋਨ ਡਿਕਸ਼ਨਰੀ ਦੀ। ਦੇਖੋ ਸਭ ਨੇ ਦੇਖੀ ਹੋਈ ਟੈਲੀਫੋਨ ਡਿਕਸ਼ਨਰੀ। ਟੈਲੀਫੋਨ ਡਿਕਸ਼ਨਰੀ ਦੇ ਵਿੱਚ ਕੀ ਹੁੰਦਾ ਕਿ ਹਰ ਪਰਸਨ ਦਾ ਜਿਹੜਾ ਹੈਗਾ ਨੇਮ ਦੇ ਨਾਲ ਉਹਦਾ ਫੋਨ ਨੰਬਰ ਰਿਕਾਰਡ ਹੁੰਦਾ ਹੈ। ਠੀਕ ਹੈ, ਹੁਣ ਅਗਰ ਆਪਾਂ ਟੈਲੀਫੋਨ ਡਿਕਸ਼ਨਰੀ ਦੀ ਗੱਲ ਕਰਦੇ ਹਾਂ ਤਾਂ ਅਗਰ ਉਸ ਨੂੰ ਅਸੀਂ ਐਲਫਾਬੈਟਿਕਲੀ ਸਟੋਰ ਕੀਤਾ ਹੁੰਦਾ ਤਾਂ ਤੁਸੀਂ ਕਿਸੇ ਵੀ ਪਰਸਨ ਦਾ ਜਿਹੜਾ ਨੇਮ ਹੈ ਉਹ ਬੜਾ ਈਜ਼ੀਲੀ ਤੁਸੀਂ ਨੇਮ ਦੇ ਥਰੂ ਸਰਚ ਕਰਕੇ ਤੁਸੀਂ ਲੱਭ ਲੈਂਦੇ ਹੋ, ਹੈ ਨਾ, ਪਤਾ ਲੱਗ ਜਾਂਦਾ, ਮਤਲਬ ਤੁਸੀਂ ਸਰਚ ਕਰ ਲੈਂਦੇ ਹੋ। ਲੇਕਿਨ ਅਗਰ ਉਹ ਡਾਟਾ ਜਿਹੜਾ ਡਿਕਸ਼ਨਰੀ 'ਚ ਹੈ ਉਹ ਕਿਸੇ ਵੀ ਤਰੀਕੇ ਨਾਲ ਆਰਗੇਨਾਈਜ਼ਡ ਨਾ ਹੋਵੇ, ਮਤਲਬ ਜਿਹਦਾ ਵੀ ਨਾਮ ਹੈ ਬਸ ਆਪਾਂ ਐਵੇਂ ਹੀ ਲਿਖਿਆ ਹੋਵੇ, ਤਾਂ ਹਜ਼ਾਰਾਂ ਨੰਬਰ ਦੇ ਵਿੱਚੋਂ ਆਪਾਂ ਨੂੰ ਇੱਕ ਨੰਬਰ ਅਸੈਸ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ। ਠੀਕ ਹੈ, ਤਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਡਾਟਾਬੇਸ ਦੀ, ਕਿਉਂਕਿ ਡਿਕਸ਼ਨਰੀ ਦੇ ਵਿੱਚ ਹਰ ਨੰਬਰ ਨੂੰ ਐਲਫਾਬੈਟਿਕਲੀ ਸਟੋਰ ਕੀਤਾ ਹੁੰਦਾ ਹੈ, ਜਿਹਦੇ ਵਿੱਚ ਆਪਾਂ ਨੂੰ ਕੋਈ ਵੀ ਪਰਸਨ ਜਿਹਦਾ ਨਾਮ ਚਾਹੀਦਾ ਹੈ ਪਹਿਲਾਂ ਆਪਾਂ ਐਲਫਾਬੈਟ 'ਤੇ ਜਾਵਾਂਗੇ, ਐਲਫਾਬੈਟ ਤੋਂ ਬਾਅਦ ਫਿਰ ਪਰਟੀਕੂਲਰ ਉਸ ਪੇਜ 'ਤੇ ਜਾ ਕੇ ਉਸ ਨੰਬਰ ਨੂੰ ਅਸੈਸ ਕਰ ਸਕਦੇ ਹਾਂ। ਠੀਕ ਹੈ, ਤਾਂ ਇਹ ਹੋ ਜਾਂਦਾ ਆਪਣਾ ਡਾਟਾਬੇਸ। ਹੁਣ ਡਾਟਾਬੇਸ ਦੇ ਵਿੱਚ ਤੁਹਾਨੂੰ ਇੱਕ ਟਰਮ ਆ ਜਾਂਦੀ ਹੈ ਡਾਟਾ। ਪੁਰਾਣੇ ਟਾਈਮ ਦੇ ਵਿੱਚ ਡਾਟਾਬੇਸ ਯੂਜ਼ ਕਰ ਰਹੇ ਸੀ ਟ੍ਰੈਡੀਸ਼ਨਲ ਡਾਟਾਬੇਸ, ਉਹਦੇ ਵਿੱਚ ਆਪਾਂ ਸਿਰਫ ਡਾਟਾ ਨੂਮੈਰਿਕ ਜਾਂ ਇਨ ਐਲਫਾਬੈਟ ਹੀ ਯੂਜ਼ ਕਰਦੇ ਸੀ, ਇਨ ਨੂਮੈਰਿਕ ਜਾਂ ਐਲਫਾਬੈਟ। ਬਟ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੋ ਗਈ, ਮਾਡਰਨ ਟਾਈਮ ਦੇ ਵਿੱਚ ਡਾਟਾ ਦੇ ਵਿੱਚ ਸਿਰਫ ਨੂਮੈਰਿਕ ਨੰਬਰ ਜਾਂ ਐਲਫਾਬੈਟਸ ਨਹੀਂ ਹੁੰਦੇ, ਉਸ ਤੋਂ ਇਲਾਵਾ ਵੀ ਅਸੀਂ ਪਿਕਚਰ
पिक्चर्स, ठीक है, साउंड, वीडियो क्लिप्स, ये सब भी असी डेटाबेस दे विच रिकॉर्ड कर सकते हैं, जिन्होंने मल्टीमीडिया डेटाबेस कहा जाता है, ठीक है। और ग्राफिकल इंटरफेस इंफॉर्मेशन सिस्टम भी ये ही आ जाता है, ठीक है। तो हुण आपां एक सॉफ्टवेयर है जिन्होंने डेटाबेस मैनेजमेंट सिस्टम कहा गया, DBMS। DBMS की है फुल फॉर्म यदि है डेटाबेस मैनेजमेंट सिस्टम। तो डेटाबेस मैनेजमेंट सिस्टम किस वास्ते बनाया गया, दो टर्म्स में मिलकर बनया है। फर्स्ट इज डेटाबेस, सैकेंड इज मैनेजमेंट सिस्टम। तो सब तो पहला आप डेटाबेस पढ़ांगे, जिवें आप ऊपर ही पढ़िया है कि टू फाइंड आउट द वॉट द डेटाबेस इज, कि डेटाबेस की है। सब तो पहला आप डाटा तो स्टार्ट करांगे कि डाटा जिहड़े वो मेन बिल्डिंग ब्लॉक्स होंगे ने अपने डेटाबेस के। तो डाटा हो गया कोई भी रॉ, कोई भी फैक्ट, कुछ भी फिगर्स जिहड़ियां किसी भी इंडिविजुअल नाल रिलेट करदियां ने, किसी एंटिटी नाल रिलेट करदियां ने, किसी ईवेंट नाल रिलेट करदियां ने। जदों उन्हां नूं आपां इकट्ठा करदे हां और उन्हां नूं एक ऑर्गेनाइज्ड अनऑर्गेनाइज्ड फॉर्म दे विच हुंदा तो उदों तक वो डाटा है। लेकिन जदों असीं उहनूं एक ऑर्गेनाइज्ड फॉर्म दे विच प्रोसैस करके लिख दिंदे हां तो अपने लिए की बन जाती है, इंफॉर्मेशन, ठीक है। तो डाटा नूं आपां एक कलैक्ट किया, उस तो बाद वो सारे डाटा नूं एक तरह का जिहड़ा डाटा हैगा है उहनूं आपां उहदे डिफरेंट रिकॉर्ड्स तैयार कर लैणे। फॉर एग्जाम्पल जिवें मान लो एक स्टूडेंट है, स्टूडेंट का आपां नूं पूरा डाटा चाहिए, मतलब उहदा रोल नंबर, उहदा नेम, उहदी क्लास, उहदा कोर्स, ठीक है, उहदे जिहड़े हैगे सारा कॉन्टैक्ट नंबर। तो इट मीनस वो पूरा डाटा नूं जदों असीं एक अलग अलग फील्ड वाइज रिकॉर्ड कर दिंदे हैं तो अपना एक रिकॉर्ड बन जाता है, ठीक है। और जदों असीं इन्हां सारे रिकॉर्ड्स नूं इकट्ठा करके एक टेबल बना लैंदे हैं, ठीक है, तो एक डाटाबेस बन जाता है, एक टेबल बन जाता है। पहला डाटा, फिर रिकॉर्ड, फिर टेबल, टेबल तो बाद आता है अपने को डेटाबेस। डेटाबेस हुंदा है इट इज़ द कलैक्शन ऑफ डिफरेंट टेबल्स, डिफरेंट स्टोर्ड डाटा। हुण अपने को मान लो 4 टेबल्स बने हुए ने, चारां नूं जदों असीं कंबाइन करके रिलेटेड टेबल्स नूं, मतलब हॉस्पिटल दे विच सिर्फ ये नहीं कि हॉस्पिटल दे विच असीं टीचर डाटा पा रहे हैं या स्टूडेंट डाटा पा रहे हैं। हॉस्पिटल के डेटाबेस दे विच की होगा, पेशेंट डिटेल, ठीक है, और डॉक्टर्स डिटेल, ठीक है, एडमिनिस्ट्रेशन डिटेल, उन्होंने जोड़े वार्ड बॉयज़ डिटेल, मतलब उन्होंने अलग अलग टेबल्स बननगे, उन्होंने कंबाइन करके एक डेटाबेस के कलैक्ट कर लेने हैं तो अपना डेटाबेस बन जाता है, ठीक है। तो ये रिलेटेड कलैक्शन, इट इज़ अ कलैक्शन ऑफ रिलेटेड डाटा। तो कॉमन एट्रीब्यूट्स के नाल हर टेबल के कुछ ना कुछ आपां नूं कीवर्ड्स मिलते हैं, कोई कॉमन एट्रीब्यूट्स मिलते हैं जिहदे नाल असीं कोई भी डाटा सारे टेबल का इकट्ठा असैस कर सकते हैं, ठीक है। तो हुण इस दे नाल दूजी टर्म आती है मैनेजमेंट सिस्टम। मैनेजमेंट का तुसीं मतलब समझते हो कि मैनेज करना किसी भी चीज़ नूं, इहदे लई कुछ सैट ऑफ रूल्स होंदे हैं या प्रोसीजर्स होंदे हैं जिहदे नाल असीं अपने डाटा नूं मैनेज कर सकते हैं। जदों असीं डेटाबेस ते मैनेजमेंट सिस्टम नूं कंबाइन करते हैं तो वो बन जाता है डेटाबेस मैनेजमेंट सिस्टम, कि अपने डेटाबेस नूं सिस्टमैटिक चलान दे लई जो आपां सॉफ्टवेयर यूज़ करते हैं या जो सिस्टम यूज़ करते हैं उन्होंने डेटाबेस मैनेजमेंट सिस्टम कहने हैं। विदाउट द मैनेजमेंट तो बिना तुसीं किसी भी चीज़ नूं उहदे पर्टिकुलर रिजल्ट असैस नहीं कर सकते, ठीक है। सो डेटाबेस मैनेजमेंट सिस्टम की डेफिनेशन बेटे बहुत क्लीयर दी हुई है। इट इज़ अ सॉफ्टवेयर सिस्टम यूज टू मैनेज डेटाबेस एंड इट्स वेरियस ऑपरेशंस, ठीक है। मतलब सॉफ्टवेयर सिस्टम हुंदा है जिहड़ा अपने सारे डेटाबेस के ऑपरेशंस नूं मैनेज करता है। लाइक आपां कुछ भी इंसर्ट करना, कुछ डिलीट करना, अपडेट करना या रिट्राइव करना। रिट्राइव मतलब कुछ भी असैस करना, तो ये थ्रू ही असीं डाटा नूं असैस करते हैं, मैनेज करते हैं। इट अनेबल द यूज़र, हुण इहदे नाल की है यूज़र टू स्टोर, मॉडिफाई एंड एक्सट्रैक्ट इंफॉर्मेशन फ्रॉम ए डेटाबेस एज पर द रिक्वायरमेंट। तो जिहड़े ऑथोराइज्ड यूज़र होंदे ने, हर किसी नूं राइट हुंदा है कि वो टेबल दे विचों अपना जिहड़ा असैस डाटा जिहड़ा है उहनूं असैस कर सकदा, ठीक है। हुण डेटाबेस मैनेजमेंट सिस्टम दी जिहड़ियां एप्लीकेशनस ने डिफरेंट एरियाज दियां वो आपां करांगे। A database management system is computerized record keeping। ये बेटा मैनुअल रिकॉर्डिंग नहीं होंगी, कंप्यूटराइज रिकॉर्डिंग होंगी। सारा डाटा नूं आपां कंप्यूटर दे विच रिकॉर्ड करते हैं, ठीक है। और उस डाटा नूं एक कंप्यूटराइज कंटेनर दे विच रखिया जाता है, ठीक है। तो उहदे तो ही असीं ओवरऑल जिहड़ा अपने सारे सिस्टम नूं मैनेज करते हैं कि अगर एक जगह ते चेंज होंदी है तो सब जगह ते ऑटोमैटिक चेंज हो जाती है, जिन्हों DBMS कहा जाता है। फॉर एग्जाम्पल एक स्टूडेंट है, वो कॉलेज का स्टूडेंट है, ठीक है।
ਤਾਂ ਉਹਦੇ ਵਿੱਚ ਕਾਲਜ ਦਾ ਜਦੋਂ ਸਟੂਡੈਂਟ ਹੈ ਤਾਂ ਕਾਲਜ ਦੇ ਵਿੱਚ ਇੱਕ ਉਹਦੀ ਫਾਈਲ ਬਣੀ ਹੋਈ ਹੈ ਜਿਹਦੇ ਵਿੱਚ ਉਹਦਾ ਨੇਮ, ਉਹਦਾ ਰੋਲ ਨੰਬਰ, ਉਹਦਾ ਕੋਰਸ, ਸਿਟੀ, ਕੌਂਟੈਕਟ ਨੰਬਰ ਸਾਰਾ ਰਿਕਾਰਡ ਗਿਵਨ ਹੈ, ਠੀਕ ਹੈ। ਤੇ ਉਹਦੀ ਇੱਕ ਫਾਈਲ ਬਣੀ ਹੋਈ ਹੈ। ਅਗਰ ਆਪਾਂ ਮੈਨੂਅਲੀ ਲੈ ਕੇ ਚੱਲਦੇ ਹਾਂ ਤਾਂ ਮੇਰੇ ਕੋਲ ਇੱਕ ਰਜਿਸਟਰ ਲੱਗਿਆ ਹੈ ਜੋ ਕਾਲਜ ਦੇ ਵਿੱਚ ਡਾਟਾ ਹੈ। ਉਹੀ ਸਟੂਡੈਂਟ ਜਿਹੜਾ ਹੈ ਹੋਸਟਲ ਦਾ ਵੀ ਸਟੂਡੈਂਟ ਹੈ, ਮਤਲਬ ਹੋਸਟਲ ਦੇ ਵਿੱਚ ਵੀ ਰਹਿ ਰਿਹਾ ਹੈ ਤੇ ਹੋਸਟਲ ਦੇ ਵਿੱਚ ਉਹਦੇ ਕੋਲ ਅਲੱਗ ਰਿਕਾਰਡ ਰਜਿਸਟਰ ਬਣਿਆ ਹੋਇਆ ਹੈ, ਉਹਦਾ ਡਾਟਾ ਪੂਰਾ ਰਿਕਾਰਡ ਕੀਤਾ ਹੋਇਆ ਹੈ, ਠੀਕ ਹੈ। ਅਗਰ ਉਹ ਬੱਚਾ ਆਪਣਾ ਕੰਟੈਕਟ ਨੰਬਰ ਬਾਈ ਚਾਂਸ ਉਹਦਾ ਚੇਂਜ ਹੋ ਜਾਂਦਾ ਜਾਂ ਐਡਰੈਸ ਚੇਂਜ ਹੋ ਜਾਂਦਾ ਹੈ ਤਾਂ ਉਹਦਾ ਐਡਰੈਸ ਜਿਹੜਾ ਹੈ ਉਹਨੇ ਆਪਣੇ ਹੋਸਟਲ ਰਿਕਾਰਡ ਦਾ ਚੇਂਜ ਕਰਾਤਾ ਬਟ ਉਹਨੇ ਸਕੂਲ ਰਿਕਾਰਡ ਦੇ ਵਿੱਚ ਚੇਂਜ ਨਹੀਂ ਕਰਾਇਆ। ਤਾਂ ਇਹਦੇ ਨਾਲ ਕੀ ਹੋ ਗਿਆ, ਕਾਲਜ ਰਿਕਾਰਡ ਦੇ ਵਿੱਚ ਤੇ ਹੋਸਟਲ ਰਿਕਾਰਡ ਦੇ ਵਿੱਚ ਡੁਪਲੀਕੇਸੀ ਹੋ ਗਈ। ਮੀਨਸ ਦੋਨੋਂ ਜਗ੍ਹਾ ਤੇ ਉਹਦਾ ਰਿਕਾਰਡ ਜਿਹੜਾ ਹੈਗਾ ਉਹ ਅਲੱਗ ਹੋ ਗਿਆ, ਦੋਨੋਂ ਜਗ੍ਹਾ ਤੇ ਐਡਰੈਸ ਔਰ ਫੋਨ ਨੰਬਰ ਅਲੱਗ ਹੋ ਗਏ। ਤਾਂ ਫਿਰ ਆਪਾਂ ਨੂੰ ਕਿਹਨੂੰ ਕਰੈਕਟ ਮੰਨਾਂਗੇ, ਠੀਕ ਹੈ। ਇਹ ਮੈਨੂਅਲ ਦੇ ਵਿੱਚ ਪ੍ਰੋਬਲਮ ਆਉਂਦੀ ਸੀ, ਲੇਕਿਨ ਜਦੋਂ ਕੰਪਿਊਟਰਾਈਜ਼ ਡਾਟਾਬੇਸ ਮੈਨੇਜਮੈਂਟ ਸਿਸਟਮ ਹੋਇਆ ਤਾਂ ਇਹਦੇ ਨਾਲ ਇਹ ਵੀ ਪ੍ਰੋਬਲਮ ਸੋਲਵ ਹੋ ਗਈ ਕਿ ਅਗਰ ਤੁਸੀਂ ਇੱਕ ਜਗ੍ਹਾ ਤੇ ਅਪਡੇਟ ਕਰਦੇ ਹੋ ਤਾਂ ਉਹਦੇ ਨਾਲ ਆਟੋਮੈਟਿਕਲੀ ਸਾਰੇ ਸਿਸਟਮ ਦੇ ਵਿੱਚ, ਸਾਰੇ ਟੇਬਲਸ ਦੇ ਵਿੱਚ ਆਪਣੇ ਆਪ ਹੀ ਜਿਹੜਾ ਉਹ ਡਾਟਾ ਹੈ ਉਹ ਅਪਡੇਟ ਹੋ ਜਾਂਦਾ ਹੈ। ਇਸ ਕਰਕੇ ਆਪਣੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ, ਠੀਕ ਹੈ। ਤਾਂ ਹੁਣ ਇਹ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਤੁਹਾਡੀ ਸੀਗੀਆਂ। ਹੁਣ ਇਹਦੀ ਡਾਟਾਬੇਸ ਮੈਨੇਜਮੈਂਟ ਸਿਸਟਮ ਇਨ ਅਕਾਊਂਟਿੰਗ ਦੇ ਵਿੱਚ ਕਿਵੇਂ ਯੂਜ਼ ਹੁੰਦਾ ਹੈ। ਡਾਟਾ ਸਟੋਰੇਜ ਮੈਨੇਜਮੈਂਟ, ਡਾਟਾਬੇਸ ਮੈਨੇਜਮੈਂਟ ਸਟੋਰ ਦਾ ਵੈਰਾਈਟੀ ਆਫ ਡਾਟਾ। ਇਹ ਡਿਫਰੈਂਟ ਟਾਈਪ ਆਫ ਡਾਟਾ ਨੂੰ ਸਟੋਰ ਕਰਦਾ ਹੈ, ਚਾਹੇ ਰਿਪੋਰਟਸ ਨੇ, ਚਾਹੇ ਉਹ ਫਾਰਮਸ ਨੇ, ਚਾਹੇ ਉਹ ਬਿਲਸ ਨੇ, ਸਾਰੇ ਇੱਕੋ ਹੀ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਂਦੇ ਹੈ, ਠੀਕ ਹੈ। ਡਾਟਾ ਡਿਕਸ਼ਨਰੀ ਮੈਨੇਜਮੈਂਟ, ਔਰ ਜਿਹੜਾ ਡਾਟਾਬੇਸ ਹੈ ਉਹ ਡਿਕਸ਼ਨਰੀ ਮੈਨੇਜਮੈਂਟ ਆਪਣੇ ਆਪ ਹੀ ਅਪਡੇਟ ਕਰ ਦਿੰਦਾ ਹੈ। ਅਗਰ ਆਪਾਂ ਕੁਝ ਮੋਡੀਫਾਈ ਕਰਦੇ ਹਾਂ, ਕੁਝ ਆਲਟਰ ਕਰਦੇ ਹਾਂ, ਕੁਝ ਐਡੀਸ਼ਨ ਕਰਦੇ ਹਾਂ ਜਾਂ ਕੁਝ ਡਿਲੀਟ ਕਰਦੇ ਹਾਂ, ਉਹ ਆਪਣੇ ਆਪ ਹੀ ਹੋ ਜਾਂਦੀ ਹੈ। ਸਿਕਿਉਰਿਟੀ ਮੈਨੇਜਮੈਂਟ, ਹੁਣ ਇਹਦੇ ਵਿੱਚ ਬੇਟਾ ਸਿਕਿਉਰਿਟੀ ਵੀ ਲੱਗ ਜਾਂਦੀ ਹੈ। ਦੇਖੋ ਮੰਨ ਲਓ ਮੈਨੂਅਲ ਸਿਸਟਮ ਹੈ, ਆਪਣਾ ਕੋਈ ਰਜਿਸਟਰ ਹੈ, ਰਜਿਸਟਰ ਹੀ ਚੋਰੀ ਹੋ ਸਕਦਾ ਹੈ। ਅਗਰ ਆਪਾਂ ਕਿਸੇ ਵੀ ਇੱਕ ਜਣੇ ਨੂੰ ਮੰਨ ਲਓ ਆਪਾਂ ਇੱਕ ਰਜਿਸਟਰ ਦਿੱਤਾ ਜਿਹਨੂੰ ਇੱਕ ਪਾਰਟੀਕੂਲਰ ਡਾਟਾ ਦੇਖਣ ਦਾ ਅਥਾਰਟੀ ਹੈ, ਬਟ ਜਦੋਂ ਮੈਨੂਅਲ ਦੇ ਵਿੱਚ ਸਾਰਾ ਕੁਝ ਹੈ ਤਾਂ ਕੋਈ ਵੀ ਜਣਾ ਕੋਈ ਵੀ ਡਾਟਾ ਅਸੈਸ ਕਰ ਸਕਦਾ ਹੈ। ਲੇਕਿਨ ਡਾਟਾਬੇਸ ਮੈਨੇਜਮੈਂਟ ਸਿਸਟਮ ਤੇ ਪ੍ਰਾਈਵੇਸੀ ਹੁੰਦੀ ਹੈ, ਆਪਾਂ ਪ੍ਰਾਈਵੇਸੀ ਲਗਾ ਸਕਦੇ ਹਾਂ, ਸਿਕਿਉਰਿਟੀ ਗਾਰਡਸ ਲਗਾ ਸਕਦੇ ਹਾਂ, ਤੇ ਸਿਰਫ ਜਿਹਨੂੰ ਅਥਾਰਟੀ ਹੈ ਉਹੀ ਡਾਟਾ ਨੂੰ ਅਸੈਸ ਕਰ ਸਕਦਾ ਹੈ। ਬੈਕਅਪ ਐਂਡ ਰਿਕਵਰੀ, ਮੈਨੂਅਲ ਦੇ ਵਿੱਚ ਕੋਈ ਬੈਕਅਪ ਜਾਂ ਰਿਕਵਰੀ ਨਹੀਂ ਹੁੰਦੀ। ਅਗਰ ਇੱਕ ਵਾਰ ਰਜਿਸਟਰ ਡਿਸਟਰੋਏ ਹੋ ਗਿਆ ਜਾਂ ਜੋ ਰਿਟਰਨ ਹੈ ਉਹ ਡਿਸਟਰੋਏ ਹੋ ਗਿਆ ਤਾਂ ਮੁਸ਼ਕਿਲ ਹੋ ਜਾਂਦੀ ਹੈ, ਬਟ ਡਾਟਾਬੇਸ ਦੇ ਵਿੱਚ ਅਸੀਂ ਆਪਣੀ ਜਿਹੜੀ ਹੈ ਬੈਕਅਪ ਜਾਂ ਰਿਕਵਰੀ ਕਰ ਸਕਦੇ ਹਾਂ। ਜਿਵੇਂ ਹੁਣ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਵੀ ਤੁਸੀਂ ਡਿਲੀਟਡ ਡਾਟਾ ਦੀ ਆਪਣੀ ਰਿਕਵਰੀ ਕਰ ਸਕਦੇ ਹੋ, ਠੀਕ ਹੈ। ਹੁਣ ਜਿਵੇਂ ਮੰਨ ਲਓ WhatsApp ਚਲਾਉਂਦੇ ਹੋ, WhatsApp ਦੇ ਵਿੱਚ ਤੁਹਾਡਾ ਸਾਰਾ ਡਾਟਾ ਉਹ ਡਾਟਾਬੇਸ ਦੇ ਵਿੱਚ ਹੀ ਰਿਕਾਰਡ ਹੁੰਦਾ ਹੈ, ਤਾਂ ਅਸੀਂ ਬਿਫੋਰ ਮਤਲਬ 1 2 3 ਮੰਥਸ ਦਾ ਡਾਟਾ ਵੀ ਹੈ ਜਿਹੜਾ ਉਹ ਬੈਕਅਪ ਕਰ ਸਕਦੇ ਹਾਂ, ਠੀਕ ਹੈ। ਦੈਨ ਡਾਟਾਬੇਸ ਕਮਿਊਨੀਕੇਸ਼ਨ ਇੰਟਰਫੇਸ, ਡਾਟਾਬੇਸ ਦੇ ਨਾਲ ਅਸੀਂ ਇੱਕ ਦੂਜੇ ਤੱਕ ਕੋਈ ਵੀ ਡਾਟਾ ਜਿਹੜਾ ਹੈ ਉਹ ਕਮਿਊਨੀਕੇਟ ਕਰ ਸਕਦੇ ਹਾਂ, ਜਿਹਨੂੰ ਜ਼ਰੂਰਤ ਹੈ ਜਦੋਂ ਮਰਜ਼ੀ ਉਹ ਡਾਟਾ ਨੂੰ ਇੱਕ ਦੂਜੇ ਨਾਲ ਐਕਸਚੇਂਜ ਕਰ ਸਕਦੇ, ਠੀਕ ਹੈ ਬੇਟਾ। ਇਹ ਡਿਫਰੈਂਟ ਐਪਲੀਕੇਸ਼ਨਸ ਨੇ, ਮਤਲਬ ਅਕਾਊਂਟਿੰਗ ਦੇ ਵਿੱਚ ਡਾਟਾਬੇਸ ਕਿਵੇਂ ਐਪਲੀਕੇਬਲ ਹੈ ਇਹ ਮੈਂ ਤੁਹਾਨੂੰ ਪੜ੍ਹਾ ਚੁੱਕੀ। ਬਾਕੀ ਸਾਰੇ ਜਿਹੜੇ ਹੈ ਉਹ ਅੱਗੇ ਫੀਲਡ ਆ ਜਾਂਦੇ ਨੇ, ਜਿਵੇਂ ਇਨਵੈਂਟਰੀ ਦੇ ਵਿੱਚ ਤੁਹਾਡਾ ਡਾਟਾਬੇਸ ਕਿਵੇਂ ਐਪਲੀਕੇਬਲ ਹੈ। ਇਨਵੈਂਟਰੀ ਦਾ ਮਤਲਬ ਹੁੰਦਾ ਹੈ ਤੁਹਾਡਾ ਸਟਾਕ ਨੂੰ ਕਿਹਾ ਜਾਂਦਾ ਹੈ। ਡਾਟਾਬੇਸ ਇਜ਼ ਐਨ ਇੰਪੋਰਟੈਂਟ ਟੂਲ ਫॉर द ਲਾਰਜ ਔਰ ਸਮਾਲ ਬਿਜ਼ਨਸ। ਦੇਖੋ ਕਿਉਂਕਿ ਇਹਦੇ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਕਿੰਨੀ ਕੁਆਂਟੀਟੀ, ਕਿੰਨਾ ਸਟਾਕ ਆਪਣੇ ਕੋਲ ਪਿਆ ਹੈ, ਕਿੰਨਾ ਸਟਾਕ ਸਾਨੂੰ ਚਾਹੀਦਾ ਹੈ, ਕਿੰਨਾ ਅਸੀਂ ਸਪਲਾਈ ਕਰ ਚੁੱਕੇ ਹਾਂ, ਮਤਲਬ ਹਰ ਚੀਜ਼ ਦਾ ਕੰਟਰੋਲ ਇਨਵੈਂਟਰੀ ਕੰਟਰੋਲ ਡਾਟਾਬੇਸ ਦੇ ਥਰੂ ਹੋ ਸਕਦਾ ਹੈ। ਅਗਰ ਆਪਣੀ ਕੋਈ ਫੈਕਟਰੀ ਹੈ ਜਾਂ ਕੋਈ ਵੀ ਆਰਗੇਨਾਈਜੇਸ਼ਨ ਹੈ ਜਿਹੜੀ ਆਪਾਂ ਚਲਾ ਰਹੇ ਹਾਂ ਤਾਂ ਅਸੀਂ ਡਾਟਾਬੇਸ ਬਣਾ ਕੇ ਆਪਾਂ ਨੂੰ ਕੀ ਫਾਇਦਾ ਰਹਿੰਦਾ ਹੈ। ਡਾਟਾਬੇਸ ਦੇ ਵਿੱਚ ਤੁਸੀਂ ਹਰ ਆਈਟਮ ਨੂੰ ਪਹਿਲਾਂ ਹੀ ਰਿਕਾਰਡ ਕਰ ਦਿੰਦੇ ਹੋ ਕਿ ਤੁਸੀਂ ਇਨੀਸ਼ੀਅਲ ਰਿਕਾਰਡ ਜਿਹੜਾ ਸਟਾਕ ਹੈ ਉਹ ਕਿੰਨਾ ਲਿੱਤਾ, ਫਿਰ ਤੁਸੀਂ ਜੋ ਵੀ ਪਰਚੇਜ਼ ਕਰਦੇ ਹੋ ਉਹ ਵੀ ਐਡ ਹੁੰਦਾ ਜਾਊਗਾ, ਜੋ ਤੁਸੀਂ ਸੇਲ ਕਰ ਰਹੇ ਹੋ ਉਹ ਮਾਈਨਸ ਹੁੰਦਾ ਜਾਊਗਾ, ਤਾਂ ਐਂਡ ਵਿੱਚ ਆਪਾਂ ਨੂੰ ਕਿੰਨਾ ਸਟਾਕ ਆਪਣੇ ਕੋਲ ਹੋਣਾ ਚਾਹੀਦਾ ਹੈ ਉਹ ਆਪਾਂ ਨੂੰ ਪਤਾ ਲੱਗ ਜਾਂਦਾ, ਆਪਾਂ ਈਜ਼ੀਲੀ ਉਹਨੂੰ ਮੈਚ ਵੀ ਕਰ ਸਕਦੇ ਹਾਂ। ਤਾਂ ਬੇਸਿਕ ਰੀਜ਼ਨ ਬਣਦਾ ਹੈ ਕੰਟਰੋਲ ਦਾ ਕਿ ਇਨਵੈਂਟਰੀ ਕੰਟਰੋਲ ਦੇ ਨਾਲ ਆਪਣੀ ਪੂਰੀ ਐਫੀਸ਼ੀਐਂਸੀ ਬਣੀ ਰਹਿੰਦੀ ਹੈ ਕਿ ਆਪਾਂ ਨੂੰ ਸਟਾਕ ਦੇ ਵਿੱਚ ਮਤਲਬ ਐਕਚੁਅਲੀ ਅਸੀਂ ਕਿੰਨਾ ਲੈ ਰਹੇ ਹਾਂ ਤੇ ਕਿੰਨਾ ਆਪਾਂ ਵੇਚ ਰਹੇ ਹਾਂ, ਪੂਰਾ ਇਸ ਚੀਜ਼ ਤੇ ਕੰਟਰੋਲ ਰਹਿੰਦਾ ਹੈ, ਠੀਕ ਹੈ। ਇਹ ਸੀਗਾ ਇਨਵੈਂਟਰੀ ਤੇ। ਉਸ ਤੋਂ ਬਾਅਦ ਬੇਟਾ ਜੀ ਇੱਕ ਐਪਲੀਕੇਸ਼ਨ ਇਹਨਾਂ ਨੇ ਬਣਾਈ ਹੈ ਫੋਰਕਾਸਟਿੰਗ, ਆਟੋਮੇਸ਼ਨ ਐਂਡ ਆਰਡਰਿੰਗ ਐਂਡ ਡਿਲੀਵਰੀ। ਇਹ ਤਿੰਨੋਂ ਫੀਲਡ ਵੀ ਨੇ ਜਿਹਦੇ ਵਿੱਚ ਡਾਟਾਬੇਸ ਤੁਹਾਡਾ ਫਾਇਦਾ ਦਿੰਦਾ ਹੈ ਕਿ ਫੋਰਕਾਸਟਿੰਗ ਦੇ ਵਿੱਚ ਆਉਣ ਵਾਲੇ ਟਾਈਮ ਦੇ ਲਈ ਤੁਹਾਨੂੰ ਸਾਰੀ ਇਨਫੋਰਮੇਸ਼ਨ, ਠੀਕ ਹੈ, ਇਹ ਤੁਸੀਂ ਰੀਡ ਕਰੋਗੇ, ਪੁਆਇੰਟਸ ਬਹੁਤ ਈਜ਼ੀ ਨੇ, ਤੁਹਾਨੂੰ ਸਮਝ ਆ ਜਾਣਗੇ। ਤਾਂ ਅੱਜ ਲਈ ਬੇਟਾ ਜੀ ਇੰਨਾ ਟੌਪਿਕ ਬਹੁਤ ਹੈ, ਤੁਸੀਂ ਇਹਨੂੰ ਤਿਆਰ ਕਰਨਾ ਹੈ, ਠੀਕ ਹੈ। ਫਿਰ ਨੈਕਸਟ ਵੀਡੀਓ 'ਚ ਮੈਂ ਤੁਹਾਨੂੰ ਨੈਕਸਟ ਟੌਪਿਕ ਸੈਂਡ ਕਰੂੰਗੀ। ਟੇਕ ਕੇਅਰ।